ਦੇ ਲਾਪਤਾ ਨੌਜਵਾਨ ਦੀ ਲਾਸ਼ ਮਿਲੀ ਹੈ। ਸੇਮਨਾਲੇ ਚੋਂ ਨੌਜਵਾਨ ਦੀ ਲਾਸ਼ ਮਿਲੀ। 4 ਦਿਨਾਂ ਤੋਂ ਇਹ ਨੌਜਵਾਨ ਲਾਪਤਾ ਸੀ ਤੇ ਲਾਵਾਰਿਸ ਹਾਲਤ ਦੇ ਵਿੱਚ ਇਸ ਨੌਜਵਾਨ ਦੀ ਕਾਰ ਬਰਾਮਦ ਹੋਈ ਹੈ। ਇਨਸਾਫ ਦੇ ਲਈ ਪਰਿਵਾਰ ਨੇ ਥਾਣੇ ਦੇ ਬਾਹਰ ਧਰਨਾ ਦਿੱਤਾ ਹੋਇਆ ਤੇ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਸੀ ਅਤੇ 4 ਦਿਨ ਪਹਿਲਾਂ ਸਾਦਾ ਵਾਲੀ ਬਸਤੀ ਚੋਂ ਨਸ਼ਾ ਲੈਣ ਗਿਆ ਸੀ। ਉਸ ਦੀ ਕਾਰ ਵੀ ਇਸੇ ਬਸਤੀ ਨੇੜੇ ਬਰਾਮਦ ਕੀਤੀ ਗਈ ਹੈ ਤੇ ਮ੍ਰਿਤਕ ਦਾ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਅਜੇ ਉਸ ਦੀ ਪਤਨੀ ਨੇ ਚੂੜਾ ਵੀ ਪਾਇਆ ਹੋਇਆ ਸੀ ਤੇ ਪਤਨੀ ਸਦਮੇ ਦੀ ਹਾਲਤ ਵਿੱਚ। ਨਸ਼ਾ ਕਿਸ ਤਰੀਕੇ ਪੰਜਾਬ ਦੀ ਜਵਾਨੀ ਨੂੰ ਆਪਣੀ ਜਦ ਵਿੱਚ ਲੈ ਰਿਹਾ ਹੈ, ਇੱਕ ਹੋਰ ਮਾਮਲਾ ਪਰ ਇੱਕ ਹੋਰ ਘਰ ਦੇ ਵਿੱਚ 70 ਵਿਛੜਨ ਦਾ ਇਹ ਮਾਮਲਾ ਹੈ। 4 ਦਿਨਾਂ ਤੋਂ ਇਹ ਨੌਜਵਾਨ ਲਾਪਤਾ ਸੀ। ਮੋਗਾ ਤੋਂ ਇਹ ਖਬਰ ਹੈ, ਲਵਾਰਿਸ ਹਾਲਤ ਦੇ ਵਿੱਚ ਇਸ ਦੀ ਕਾਰ ਮਿਲੀ ਤੇ ਇਸ ਦੀ ਲਾਸ਼ ਸੇਮ ਨਾਲੇ ਚੋਂ ਬਰਾਮਦ ਹੋਈ ਹੈ। ਪਰਿਵਾਰ ਮੰਗ ਕਰ ਰਿਹਾ ਹੈ ਇਨਸਾਫ ਦਿੱਤਾ ਜਾਵੇ। ਵੀਰ ਬੇਟਾ ਮੇਰਾ ਚਿੱਟਾ ਲਾਉਣ ਦਾ ਆਦੀ ਆ, ਲਾਉਂਦਾ ਸੀਗਾ ਸਾਹ ਵਾਲੀ ਬਸਤੀ ਚ ਆਇਆ ਵਾ ਤੇ ਚਿੱਟਾ ਲਾਉਂਦਾ ਸੀਗਾ। ਉੱਥੇ ਉਹਨੂੰ ਮਾਰ ਕੇ ਉਹਦੀ ਲਾਸ਼ ਨੂੰ ਬੋਰੀ ਚ ਪਾ ਕੇ ਇੱਧਰ ਕੋਈ ਪੋਨਾ ਵਾਲੀ ਕੋਈ ਨਹਿਰ ਆ ਕੋਈ ਛੱਡ ਕੇ ਆ ਗਏ ਇਹ ਤੇ ਮੁੜ ਕੇ ਨੇ ਪੁਲਿਸ ਨੂੰ ਕੱਲ ਲਾਸ਼ ਮਿਲੀ ਪਰ ਬਟ ਮੈਨੂੰ ਨਹੀਂ ਦਿਖਾਈ ਜੀ। ਕਿੰਨੇ ਦਿਨ ਤੋਂ ਲਾਪਤਾ ਸੀਗਾ ਇਹ 4 ਦਿਨਾਂ ਤੋਂ ਜੀ। ਕਿੱਥੇ ਗਿਆ ਕਿੱਥੇ ਸੀਗਾ ਇਹ ਪਹਿਲਾਂ ਫਰੀਦਕੋਟ ਗਿਆ ਸੀ ਬਰਾਤ ਲੈ ਕੇ। ਬਰਾਤ ਮੇਰੇ ਪਰਿਵਾਰ ਹੀ ਸੀਗਾ, ਉਹਨੂੰ ਘਰੇ ਛੱਡਿਆ ਕੇ ਮੁੜ ਕੇ ਇੱਧਰ ਨੂੰ ਆ ਸਾਰੇ ਬਸ। ਸਾਡੇ ਸਹਿਯੋਗੀ ਦੀਪਕ ਸਿੰਘਲਾ ਫੋਨ ਲਾਈਨ ਤੇ ਸਾਡੇ ਨਾਲ ਮੌਜੂਦ ਨੇ। ਦੀਪਕ, ਇੱਕ ਹੋਰ ਘਰ ਦੇ ਵਿੱਚ 70 ਵਿਛੇ ਨੇ ਨਸ਼ੇ ਦੀ ਵਜ੍ਹਾ ਕਰਕੇ। ਬਿਲਕੁਲ ਗਗਨ, ਇੱਕ ਹੋਰ ਘਰ ਦੇ ਵਿੱਚ ਜਿਹੜੀ ਲਗਾਤਾਰ ਪੰਜਾਬ ਦੇ ਵਿੱਚ ਹੋਈਆਂ ਜਿਹੜੀਆਂ ਖਬਰਾਂ ਸਾਹਮਣੇ ਆ ਰਹੀਆਂ ਕਿ ਨਸ਼ੇ ਦੇ ਕਾਰਨ ਜਿਹੜੀ ਹੈ ਨੌਜਵਾਨਾਂ ਦੀ ਮੌਤ ਹੁੰਦੀ ਜਾ ਰਹੀ ਹੈ, ਉਸੇ ਨੂੰ ਲੈ ਕੇ ਜਿਹੜਾ ਇੱਕ ਨੌਜਵਾਨ ਮੋਗਾ ਦਾ ਅਮਨਦੀਪ ਕੌਰ ਪਰ ਦੱਸਿਆ ਜਾ ਰਿਹਾ, ਪਰਿਵਾਰ ਵੱਲੋਂ ਵੀ ਦੱਸਿਆ ਜਾ ਰਿਹਾ ਕਿ 4 ਦਿਨ ਪਹਿਲਾਂ ਲਾਪਤਾ ਹੋਇਆ ਸੀਗਾ ਲੇਕਿਨ ਨਸ਼ੇ ਦਾ ਆਦੀ ਸੀ। ਉਹਦੀ ਇੱਕ ਮੋਗਾ ਦੀ ਜਿਹੜੀ ਬਸਤੀ ਹੈ ਉਹਦੇ ਵਿੱਚੋਂ ਉਹਦੀ ਸਵਿਫਟ ਕਾਰ ਮਿਲੀ ਸੀ ਲਵਾਰਿਸ, ਔਰ ਉਸ ਤੋਂ ਬਾਅਦ ਜਿਹੜੀ ਹੈ ਪੁਲਿਸ ਨੂੰ ਵੀ ਸ਼ਿਕਾਇਤ ਕਰਨ ਦੀ ਕੋਸ਼ਿਸ਼ ਕੀਤੀ ਲੇਕਿਨ ਪਰਿਵਾਰ ਵਾਲਿਆਂ ਦਾ ਇਹ ਕਹਿਣਾ ਹੈ ਕਿ ਪੁਲਿਸ ਨੇ ਸ਼ਿਕਾਇਤ ਦਰਜ ਨਹੀਂ ਕੀਤੀ ਸੀ। ਲੇਕਿਨ ਕੱਲ ਦੇਰ ਰਾਤ ਜਿਹੜੀ ਉਹਦੀ ਲਾਸ਼ ਹੈ ਮੋਗਾ ਦੇ ਮਹਿਮੇ ਵਾਲਾ ਰੋਡ ਤੋਂ ਇੱਕ ਸੇਮ ਨਾਲੇ ਦੇ ਵਿੱਚ ਮਿਲੀ ਹੈ। ਲਾਸ਼ ਦੀ ਹਾਲਤ ਇਹ ਸੀਗੀ ਕਿ ਉਹਨੂੰ ਬੋਰੀ ਦੇ ਵਿੱਚ ਪਾ ਕੇ, ਉਹਦੇ ਪੈਰ ਬੰਨੇ ਹੋਏ ਸੀਗੇ, ਬੋਰੀ ਦੇ ਵਿੱਚ ਪਾ ਕੇ ਇੱਕ ਸੇਮ ਨਾਲੇ ਦੇ ਵਿੱਚ ਸਿੱਟਿਆ ਗਿਆ ਸੀਗਾ ਗਗਨ। ਔਰ ਉਸ ਤੋਂ ਬਾਅਦ ਜਿਹੜੀ ਹੈ ਉਸ ਦੀ ਲਾਸ਼ ਨੂੰ ਰਿਕਵਰ ਕਰਕੇ ਲੈ ਕੇ ਆਂਦਾ ਲੇਕਿਨ ਪੁਲਿਸ ਨੇ ਹਜੇ ਤੱਕ ਮਾਮਲਾ ਦਰਜ ਨਹੀਂ ਕੀਤਾ। ਜਿਹੜੇ ਪਰਿਵਾਰ ਵਾਲੇ ਆ ਉਹਨਾਂ ਦਾ ਰੋਸ਼ ਹੈ ਪੁਲਿਸ ਦੇ ਪ੍ਰਤੀ, ਕਿਉਂਕਿ ਮੋਗਾ ਦੇ ਥਾਣਾ ਸਿਟੀ 2 ਦੇ ਬਾਹਰ ਜਿਹੜਾ ਪਰਿਵਾਰ ਹੈ ਔਰ ਪਿੰਡ ਵਾਲੇ ਆ ਜਿਹੜੇ ਇਕੱਠੇ ਹੋਏ ਹੋਏ ਆ, ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਪੁਲਿਸ ਨੇ ਜਿਹੜੀ ਕਾਰਵਾਈ ਨਹੀਂ ਕੀਤੀ। ਔਰ ਜਿਹੜਾ ਉਹਨਾਂ ਦਾ ਬੇਟਾ 4 ਦਿਨ ਤੋਂ ਲਾਪਤਾ ਸੀਗਾ, ਇੱਕ ਬਸਤੀ ਦੇ ਵਿੱਚ ਉਹਨਾਂ ਦੀ ਸਵਿਫਟ ਗੱਡੀ ਮਿਲੀ ਸੀਗੀ, ਉਸ ਤੋਂ ਬਾਅਦ ਉਹਦੀ ਲਾਸ਼ ਜਿਹੜੀ ਹੈ ਕੱਲ ਮਿਲੀ ਹੈ। ਲਾਸ਼ ਵੀ ਹਜੇ ਤੱਕ ਦਿਖਾਈ ਨਹੀਂ ਗਈ ਕਿਸ ਹਾਲਾਤ ਦੇ ਵਿੱਚ ਨੇ। ਪਰਿਵਾਰ ਵਾਲਾ ਰੋਸ਼ ਹੈ ਪੁਲਿਸ ਦੇ ਖਿਲਾਫ ਕਿ ਅਗਰ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਉਹਨਾਂ ਦਾ ਬੱਚਾ ਪਹਿਲਾਂ ਮਿਲ ਜਾਂਦਾ, ਲੇਕਿਨ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਏਗੀ। ਜਿਹੜੇ ਲੋਕ ਹੈ ਉਹ ਥਾਣਾ ਸਿਟੀ 2 ਦੇ ਬਾਹਰ ਖੜੇ ਆ, ਜਮਾਵੜਾ ਲੱਗਾ ਹੋਇਆ ਹਜੇ ਗਗਨ। ਬਹੁਤ ਬਹੁਤ ਸ਼ੁਕਰੀਆ ਦੀਪਕ ਇਸ तमाम ਜਾਣਕਾਰੀ ਦੇ ਲਈ। ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ। 4 ਦਿਨਾਂ ਤੋਂ ਬੱਚਾ ਲਾਪਤਾ ਸੀਗਾ ਤੇ ਪੁਲਿਸ ਨੇ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਉਹਨਾਂ ਦਾ ਬੇਟਾ ਮਿਲ ਜਾਂਦਾ, ਇਹ ਪਰਿਵਾਰ ਦਾ ਕਹਿਣਾ ਹੈ। ਹਾਲਾਂਕਿ ਜਿਸ ਤਰੀਕੇ ਦੀਪਕ ਦੱਸ ਰਹੇ ਨੇ, ਜਿਸ ਹਾਲਤ ਦੇ ਵਿੱਚ ਲਾਸ਼ ਮਿਲੀ ਹੈ ਉਹ ਕਈ ਸਾਰੇ ਸਵਾਲ ਵੀ ਖੜੇ ਕਰਦੇ। ਉਧਰ ਨਸ਼ੇ ਦੇ ਨਾਲ ਮੌਤਾਂ ਦਾ ਸਿਲਸਿਲਾ ਰੁਕ ਵੀ ਨਹੀਂ ਰਿਹਾ। ਅੰਮ੍ਰਿਤਸਰ ਦੇ ਵਿੱਚ ਓਵਰਡੋਜ਼ ਦੇ ਨਾਲ ਨੌਜਵਾਨ ਦੀ ਮੌਤ ਹੋਈ ਹੈ। ਪਿੰਡ ਰੇੜੀਵਾਲ ਦਾ ਰਹਿਣ ਵਾਲਾ ਇੱਕ ਨੌਜਵਾਨ ਸੀਗਾ। ਪਰਿਵਾਰ ਨੇ ਇਲਜ਼ਾਮ ਲਾਇਆ ਕਿ ਬੇਰੋਕ ਟੋਕ ਨਸ਼ਾ ਵਿਕ ਰਿਹਾ ਹੈ ਤੇ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਦੀ ਮੰਗ ਪਰਿਵਾਰ ਕਰ ਰਿਹਾ ਹੈ। ਇੱਕ ਮਾਮਲਾ ਮੋਗਾ ਤੋਂ ਸਾਹਮਣੇ ਆਇਆ ਤੇ ਦੂਜਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਨਸ਼ੇ ਦੀ ਓਵਰਡੋਜ਼ ਕਰਕੇ ਨੌਜਵਾਨ ਦੀ ਮੌਤ ਹੋਈ ਹੈ। ਰੇੜੀਵਾਲ ਦਾ ਰਹਿਣ ਵਾਲਾ ਇਹ ਨੌਜਵਾਨ ਸੀਗਾ ਤੇ ਪਰਿਵਾਰ ਨੇ ਇਲਜ਼ਾਮ ਲਾਇਆ ਕਿ ਬੇਰੋਕ ਟੋਕ ਨਸ਼ਾ ਜਿਹੜਾ ਹੈਗਾ ਇਲਾਕੇ ਵਿੱਚ ਵਿਕ ਰਿਹਾ ਹੈ, ਕਾਰਵਾਈ ਨਹੀਂ ਹੋ ਰਹੀ। सब को मेरे तो वेक गया, अलमारियां वेक गई, पनाले वेच के, शटर वेक गए, ट्रंक वेक गए, कपड़े बन के रखे, गठड़ियां सरिये वेच दिते, वादे काटे कट के गिरे वो भी वेच दिते। नशा कितना के बिकदा है बहुत ज्यादा कुड़ी मेरी ते को मेरा गया, मेरी कुड़ी भी टेंशन ना मार के की करदे हो ਤੁਸੀਂ यानी नशा ਅਸੀਂ ਮੰਗ ਕਰਦੇ ਪਿੰਡ ਦੀ ਸੋਧ ਨਾ ਹੋਵੇ। ਗੱਲ ਇਹ ਹੋਈ ਹੈ ਤੇ ਆਪਾਂ ਚਲੋ ਜਿੱਦਾਂ ਵੀ ਆ ਤੇ ਜਿਹੜਾ ਸ਼ਰਾਬ ਵੇਚਦੇ ਨਸ਼ਾ ਪੱਤਾ ਉਹਨਾਂ ਦੇ ਵਿੱਚ ਇਹ ਲਾਉਂਦਾ ਸੀ। ਜਦੋਂ ਮਰਜ਼ੀ ਸਮੂਨ ਲਾਇਆ ਜਿੱਦਾਂ ਮਰਜ਼ੀ ਆ, ਇਹਨਾਂ ਨੇ ਹੀ ਸਮਾਨ ਪਿਆ ਕੇ ਤੇ ਇਹਨਾਂ ਨੂੰ ਮਾਰਤਾ ਆ। ਕਿੰਨੇ ਪਿਆ ਹੈ ਸਮਾਨ ਜਿਹੜੇ ਵੇਚਣ ਦੇ ਆ? ਠੀਕ ਹੈ ਜੀ। ਗੀਤੂ ਨਾਂ ਆ, ਗੀਤਾ ਨਾਂ ਆ ਤੇ ਗੀਤਾ ਨਾਂ ਆ ਤੇ ਇੱਕ ਹੋਰ ਵੀ ਆ, ਕੀ ਨਾਂ ਹੈ, ਰਵੀ ਨਾਂ ਆ। ਅਮਿਤ ਸ਼ਰਮਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਰਹੇ ਨੇ। ਅਮਿਤ, ਸ਼ਰੇਆਮ ਨਸ਼ਾ ਵਿਕ ਰਿਹਾ ਹੈ, ओवरडोज करके एक होर मौत,
ਸਵਾਲ ਜਿਹੜਾ ਹੈਗਾ ਪ੍ਰਸ਼ਾਸਨ ਦੇ ਸਾਹਮਣੇ ਬਹੁਤ ਵੱਡਾ ਹੈ। ਕੱਟ अमित शर्मा, मेरी आवाज थोड़े को आ रही है? अमित, जेकर मेरी आवाज सुन पा रहे हो तो सवाल मैं दोहरा रहे हैं। एक होर करदे विच सत्थर विछे ने ओवरडोज नशे दी एक होर जान लै चुकी है। प्रशासन के सामने बड़ा सवाल, रोकणगे किवें? अमित दे नाल साडी गल नहीं हो पा रही, अमित तक मेरी आवाज नहीं पहुंच पा रही। पर मामला जिहड़ा हैगा अमृतसर का है, तुहानूं दस्सी ओवरडोज दे नाल एक नौजवान की मौत हुई है नशे की ओवरडोज करके। पिंड रेडीवाल का रहने वाला यह नौजवान सी। उधर मोहाली दे विच एक बार फिर तो गोलियां चलियां ने। सैक्टर 82 ਦੇ ਫਾਲਕਨ ਵਿਊ ਸੁਸਾਇਟੀ ਦੇ ਵਿੱਚ ਫਾਇਰਿੰਗ ਹੋਈ ਹੈ। ਹਵਾ ਦੇ ਵਿੱਚ ਕਈ ਰਾਉਂਡ ਫਾਇਰ ਕੀਤੇ ਗਏ ਨੇ। ਸਵੇਰੇ ਤਕਰੀਬਨ 5:30 ਵਜੇ ਦਾ ਇਹ ਮਾਮਲਾ ਹੈ। ਕ੍ਰੇਟਾ ਗੱਡੀ ਦੀ ਤਲਾਸ਼ ਦੇ ਵਿੱਚ ਪੁਲਿਸ ਜੁਟੀ ਹੋਈ ਹੈ। ਬਾਰਡਰ ਏਰੀਆ ਨੂੰ ਸੀਲ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ। ਸੋਹਾਣਾ ਥਾਣੇ ਦੇ ਵਿੱਚ ਅਣਪਛਾਤੇ ਸ਼ਖਸ ਦੇ ਖਿਲਾਫ ਮਾਮਲਾ ਦਰਜ ਕਰਾਇਆ ਗਿਆ ਹੈ। ਹਾਲਾਂਕਿ ਮੋਹਾਲੀ ਬਲਾਸਟ ਤੋਂ ਬਾਅਦ ਸੁਰੱਖਿਆ ਕਰੜੀ ਕੀਤੀ ਗਈ ਸੀ। ਬਾਵਜੂਦ ਇਸ ਤੇ ਫਾਇਰਿੰਗ ਦੀ ਵਾਰਦਾਤ ਨੇ ਇੱਕ ਵਾਰ ਫਿਰ ਤੋਂ ਸੁਰੱਖਿਆ ਨੂੰ ਲੈ ਕੇ ਸਵਾਲ ਖੜੇ ਕਰ ਦਿੱਤੇ ਨੇ। ਮੋਹਾਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਫਾਇਰਿੰਗ ਹੋਈ, ਹਵਾ ਵਿੱਚ ਫਾਇਰਿੰਗ ਕੀਤੇ ਗਏ ਨੇ, ਕਈ ਰਾਉਂਡ ਫਾਇਰ ਹੋਏ ਨੇ और मोहाली दे विच फेरे गोलियां चलियां ने। सैक्टर 82 दे फॉल्कन व्यू सोसाइटी हैगी है जिथे दी यह घटना दसी जा रही है। मोहाली दे स्टेट इंटैलीजेंस हैडकुआटर दे अटैक तो बाद एक बार फिर मोहाली च गोलियां चली हैं। फाल्कन व्यू JLPL के बिल्कुल सामने यानी कि एयरपोर्ट रोड के बिल्कुल सामने जी सोसाइटी बनी हुई है फाल्कन व्यू, उत्थे हवाई फायर होया है। हालांकि हुण पूरे मामले च पुलिस जी है वो इन्वेस्टिगेशन कर रही है। 10वीं फ्लोर ते F1004 ते मुंडे रहंदे रेंट ते जिन्हां ने हवाई फायर किया। हुण पुलिस जी है इन्वेस्टिगेशन ते जुट गई है कि जिहड़े मुंडियां ने हवाई फायर किया आखिर रीजन की सी, क्योंकि हुण काफ़ी सेंसिटिव इशू होया है। मोहाली स्टेट इंटैलीजेंस हैडकुआटर के अटैक तो बाद हुण पूरा जिहड़ा हाई अलर्ट भी पंजाब च सीगा, उस तो बाद पूरी रेड की जा रही है। जिहड़े भी रेंट ते इत्थे मुंडे रह रहे हैं मोहाली जिले के अलग अलग सोसाइटी च, उन्हां दी वेरीफिकेशन की गल की जा रही है। ਸਾਡੇ ਨਾਲ ਜਿਹੜੇ ਇੱਥੇ ਦੇ ਸੁਸਾਇਟੀ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ। ਮੈਡਮ, ਇਹ ਕਿੰਨੇ ਕੁ ਵਜੇ ਦੀ ਗੱਲ ਹੈ, ਹੋਇਆ ਕੀ ਸੀ? ये सुबह 5 बजे की गल है। 5 बजे बहुत सारे रेजिडेंट जो उठ जाते हैं सुबह सुबह, वो अपनी बालकनी में बैठ के चाय पी रहे थे और उनको अचानक ही पटाखे की आवाज आई। उनको लगा किसी ने पटाखा बजाया। उन्होंने सिक्योरिटी पे कॉल किया कि F टावर से कहीं से आवाज आ रही है, आप चेक करो। तो सिक्योरिटी को भी बिल्कुल पता नहीं चलता है कि अचानक कहाँ से आवाज आई। तो सिक्योरिटी ने आकर चेक किया तो उन्होंने किसी ओनर को फोन किया। ओनर ने बताया कि नहीं, मेरा फ्लैट तो बंद पड़ा है, वहां पे कुछ नहीं हो सकता। फिर उन्होंने जाकर ऊपर नीचे देखा तो पता चला कि 1004 से आवाज आ रही है। फिर सिक्योरिटी गई उनके पास। सिक्योरिटी ने बोला कि आप लोगों ने क्या किया? तो उन्होंने बोला कि हमने पटाखे बजाए हैं। तो उन्होंने बोला कि पटाखे बजाने का ये टाइम नहीं है, पटाखे मत बजाओ। करीब सुबह कितने बजे का टाइम? 5:20 की बात है ये। अगेन फिर उन्होंने तकरीबन आधे घंटे के बाद, मतलब अराउंड आप कह सकते हो 5:30 या 5:45 बजे के आसपास, फिर अगेन से फिर शॉट की आवाज आई। फिर सिक्योरिटी के पास कॉल गई। फिर सिक्योरिटी गई। सिक्योरिटी ने कहा अब आप क्या कर रहे हो? तो कभी कोई कहता है कि आज मेरी बहन की शादी है इसलिए मैं पटाखे बजा रहा हूँ, कभी कोई कहता है कि मेरे बेटा हुआ है इसलिए मैं पटाखे बजा रही हूँ, कोई कहता है मेरे बर्थडे है इसलिए मैं पटाखे बजा रही हूँ। फैमिली रहती है मैम यहाँ पर या फिर यहाँ पे 6 लड़के थे। जब मैं और RWA मेंबर्स और मिस्टर कुलदीप सिंह जी आर प्रेसिडेंट, वो हम सारे साथ में पुलिस के साथ गए तो वहाँ पे 6 लड़के मिले थे। 6 लड़के वहाँ पे रहते हैं लेकिन फ्लैट किसी और के नाम पे है। मोहाली के फाल्कन व्यू विच हवाई फायरिंग नूं लैके हुण पुलिस इन्वेस्टिगेशन कर रही है। 10वीं फ्लोर दे रूम नंबर 1004 ਇੱਥੇ ਹੀ ਜਿਹੜੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ, ਜਿਹੜੇ ਇੱਥੇ ਦੇ ਰੈਜ਼ੀਡੈਂਟਸ ਨੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਰੈਂਟ ਤੇ ਇੱਥੇ ਕਰੀਬ 8 ਤੋਂ 10 ਮੁੰਡੇ ਰਹਿੰਦੇ ਆ, ਜਿਹੜੇ ਪਹਿਲਾਂ ਵੀ ਇਸ ਤਰ੍ਹਾਂ ਦੀ ਨਿਊਸੈਂਸ ਜਿਹੜੀ ਹੈ ਕ੍ਰੀਏਟ ਕਰਦੇ ਸੀ, ਹੱਲਾ ਗੁੱਲਾ ਕਰਦੇ ਸੀ। ਲੇਕਿਨ ਅੱਜ ਸਵੇਰੇ ਕਰੀਬ 5:30 ਵਜੇ ਲਗਾਤਾਰ ਹਵਾਈ ਫਾਇਰਿੰਗ ਹੋਈ। ਉਸ ਤੋਂ ਬਾਅਦ ਜਿੰਨੇ ਵੀ ਜਿਹੜੇ ਇੱਥੇ ਦੇ ਰੈਜ਼ੀਡੈਂਟਸ ਨੇ ਉਹਨਾਂ ਨੇ ਕੰਪਲੇਂਟ ਕੀਤੀ ਸਿਕਿਉਰਿਟੀ ਨੂੰ। ਸਿਕਿਉਰਿਟੀ ਉੱਥੇ ਪਹੁੰਚਦੀ ਹੈ ਤੇ ਇਹਨਾਂ ਨਾਲ ਗੱਲਬਾਤ ਕਰਦੀ ਹੈ। ਫਿਰ ਇਹ ਜਿਹੜੇ ਮੁੰਡੇ ਸੀਗੇ ਕਰੀਬ 8 ਤੋਂ 10 ਮੁੰਡੇ ਇਸ ਫਲੈਟ 'ਚ ਸੀਗੇ, ਉਹਨਾਂ ਨੇ ਫਿਰ ਜਿਹੜੀ ਹੈਗੀ ਕੋਈ ਠੀਕ ਨਾਲ ਗੱਲਬਾਤ ਨਹੀਂ ਕੀਤੀ। ਪੁਲਿਸ ਨੂੰ ਬੁਲਾਇਆ ਗਿਆ। ਪੁਲਿਸ ਆਉਣ ਤੋਂ ਪਹਿਲਾਂ ਹੀ ਕਰੀਬ 5 ਤੋਂ 6 ਮੁੰਡੇ ਇੱਥੋਂ ਭੱਜ ਜਾਂਦੇ ਨੇ। 3 ਤੋਂ 4 ਮੁੰਡੇ ਜਿਹੜੇ ਆ ਉਹ ਪੁਲਿਸ ਨੇ ਹਿਰਾਸਤ 'ਚ ਲੈ ਕੇ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ। ਆਖਿਰ ਫਾਇਰਿੰਗ ਕਿਉਂ ਕੀਤੀ, ਹਵਾਈ ਫਾਇਰਿੰਗ ਕਿਉਂ ਕੀਤੀ? ਉਹ ਲਗਾਤਾਰ ਕਈ ਫਾਇਰਿੰਗ ਜਿਹੜੀ ਹਵਾਈ ਫਾਇਰਿੰਗ ਹੋਈ ਹੈ। ਇਹ ਸੁਸਾਇਟੀ ਜਿਹੜੀ ਹੈ ਫਾਲਕਨ ਵਿਊ ਹੈ, ਕਾਫੀ ਪੌਰਚ ਸੁਸਾਇਟੀ ਹੈ। ਜਿਹੜੇ ਵਿੰਗ ਕਮਾਂਡਰਸ ਹੋਰ ਜਿਹੜੇ ਆਲ ਆਫੀਸਰ ਜਿਹੜੇ ਰਿਟਾਇਰਡ ਨੇ ਉਹ ਇੱਥੇ ਰਹਿੰਦੇ ਨੇ, ਪੂਰੀ ਫੈਮਿਲੀ ਰਹਿੰਦੀ ਹੈ। ਹੁਣ ਇੱਕ ਗੱਲ ਹੋਰ ਸਾਹਮਣੇ ਆਈ ਹੈ ਕਿ ਜਿਹੜੇ ਇਹ ਫਲੈਟ ਓਨਰ ਹੈ ਉਹ ਕੋਈ ਹੋਰ ਹੈ, ਜਿਹਦੇ ਨਾਂ ਤੇ ਰੈਂਟ ਐਗਰੀਮੈਂਟ ਹੋਇਆ ਹੈ ਉਹ ਕੋਈ ਹੋਰ ਹੈ ਤੇ ਰਹਿ ਕੋਈ ਹੋਰ ਰਿਹਾ। ਹੁੰਦਾ ਇਹ ਹਰ ਵਾਰ ਇਹੀ ਹੈ ਕਿ ਜਿਹੜਾ ਵੀ ਕੋਈ ਗੈਂਗਸਟਰ ਜਾਂ ਬੈਡ ਅਨਸਰ ਕਿਸੇ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਉਹਦੇ ਨਾਂ ਤੇ ਰੈਂਟ ਐਗਰੀਮੈਂਟ ਨਹੀਂ ਹੁੰਦਾ ਹੈ। ਰੈਂਟ ਐਗਰੀਮੈਂਟ ਕਿਸੇ ਹੋਰ ਦੇ ਨਾਂ ਤੇ ਹੁੰਦਾ ਹੈ ਤੇ ਜਿਹੜਾ ਵੀ ਕੋਈ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦਾ ਹੈ, ਬਾਅਦ 'ਚ ਫਿਰ ਪੁਲਿਸ ਇਨਵੈਸਟੀਗੇਸ਼ਨ 'ਚ ਕਈ ਗੱਲਾਂ ਸਾਹਮਣੇ ਨਹੀਂ ਆਉਂਦੀ।
ਇਹ ਹਰ ਵਾਰੀ ਹੁੰਦਾ ਹੈ। ਮੋਹਾਲੀ ਜ਼ਿਲ੍ਹਾ ਇਸ ਕਰਕੇ ਸੈਂਸਿਟਿਵ ਬਣਿਆ ਹੋਇਆ ਹੈ ਕਿਉਂਕਿ ਜਿਹੜਾ ਆਰਪੀਜੀ ਅਟੈਕ ਮਾਮਲਾ ਹੋਇਆ ਹੈ ਸਟੇਟ ਇੰਟੈਲੀਜੈਂਟ ਹੈੱਡਕੁਆਟਰ ਤੇ, ਉਹਦੇ ਕਿਤੇ ਨਾ ਕਿਤੇ ਹੁਣ ਕਈ ਸਵਾਲ ਖੜੇ ਹੁੰਦੇ ਨੇ ਕਿਉਂਕਿ ਇਹ ਵੀ ਗੱਲ ਸਾਹਮਣੇ ਆ ਰਹੀ ਹੈ, ਜਿਹੜੀ ਨਿਸ਼ਾਨ ਸਿੰਘ ਤੇ ਪੁੱਛਗਿੱਛ ਸਾਹਮਣੇ ਆ ਰਹੀ ਹੈ ਕਿ ਉਹਨੇ ਦੱਸਿਆ ਕਿ ਜਿਹੜੇ ਵੀ ਐਕਿਊਜ਼ ਸੀਗੇ ਜਿਨ੍ਹਾਂ ਨੇ ਇਹ ਟਾਰਗੇਟ ਕੀਤਾ ਹੈ ਉਹ ਇੱਥੇ 3 ਤੋਂ 4 ਦਿਨ ਇੱਥੇ ਰਹਿ ਕੇ ਉਹਨਾਂ ਨੇ ਰੈਕੀ ਕੀਤੀ ਹੈ। ਰੈਕੀ ਕਰਨ ਤੋਂ ਬਾਅਦ ਇਹ ਪੂਰਾ ਟਾਰਗੇਟ ਕਰਨ ਤੋਂ ਬਾਅਦ ਇੱਥੋਂ ਫਰਾਰ ਹੋ ਗਏ। ਜਿਹੜੀ ਵਾਈਟ ਕਲਰ ਦੀ ਸਵਿਫਟ ਦੀ ਗੱਡੀ ਆ ਰਹੀ, ਸੋਨੂ ਤੇ ਜਗਰੂਪ, ਇਹਨਾਂ ਨੇ ਲੌਜਿਸਟਿਕ ਪ੍ਰੋਵਾਈਡ ਕੀਤੀ ਹੈ, ਜਿਹੜਾ ਅਸਲਾ ਹੈ ਉਹ ਇਹਨਾਂ ਨੇ ਪ੍ਰੋਵਾਈਡ ਕੀਤਾ ਹੈ ਤੇ ਜਿਹੜੇ ਵੀ ਐਕਿਊਜ਼ ਸੀਗੇ ਉਹਨਾਂ ਨੇ 3-4 ਦਿਨ ਮੋਹਾਲੀ 'ਚ ਰਹਿ ਕੇ ਇਹ ਸਾਰਾ ਜਿਹੜਾ ਰੈਕੀ ਕੀਤਾ। ਹੁਣ ਕਿੱਥੇ ਰਹੇ, ਕਿੱਥੇ ਉਹਨਾਂ ਨੂੰ ਖਾਣਾ ਪੀਣਾ ਜਿਹੜਾ ਰਹਿਣਾ ਹੈ ਉਹਨਾਂ ਨੇ ਕਿਹਨਾਂ ਨੇ ਪ੍ਰੋਵਾਈਡ ਕੀਤਾ, ਇਹ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਮੈਟਰ ਹੈ। ਲੇਕਿਨ ਹੁਣ ਦੁਬਾਰਾ ਤੋਂ ਇਹ ਮੋਹਾਲੀ 'ਚ ਹਵਾਈ ਫਾਇਰਿੰਗ ਹੋਣਾ, ਇਸ ਤਰ੍ਹਾਂ ਦੀ ਜਿਹੜੀ ਚੀਜ਼ਾਂ ਹੋਣਾ ਇੱਕ ਵੱਡਾ ਸਵਾਲ ਜਿਹੜਾ ਉਹ ਖੜਾ ਕਰਦੀ ਹੈ। ਇਸ ਕਰਕੇ ਪੁਲਿਸ ਜਿਹੜੀ ਹੈ ਉਹ ਇਨਵੈਸਟੀਗੇਸ਼ਨ 'ਚ ਜੁਟ ਗਈ ਹੈ।